तरह का तुहाडा एक्सपीरियंस रहा ज़्विगाटो दे विच अपना कैरेक्टर प्ले करके? बड़ा मज़ा आया मैनूं। बड़े लोग मैनूं पुछदे तुसीं करैक्टर च गए किद्दां, मैं कहा मैं तो निकलिया नहीं उच्चों। फिल्म नूं इस कैरेक्टर्स नूं तुहाडे कैरेक्टर नूं बहुत ज़्यादा मोटिवेट किया जा रहा है, बहुत पसंद किया जा रहा है शहाना। प्रीतो उन्होंने ना हौली हौली बोल, नहीं समझ आ रही तेज पंजाबी बोल रही है। किस तरह तुसीं ढालिया बेसिकली अपने आप नूं इस कैरेक्टर दे विच? ऐदा ना करैक्टर मिला ना कि हार्ट सर्जन आप प्ले कर रहे हैं। ਇਹ ਨਾ ਆਫ ਕੈਮਰਾ ਜਦੋਂ ਇੰਟਰਵਿਊ ਦੇ ਰਹੇ ਸੀ ਦੋਨੋਂ ਲੜ ਰਹੇ ਸੀ। साडी गल्लां सुनिए चोरी चोरी। बिल्कुल सुन रही थी, मैं कहा कुछ नहीं है ये। जी इन लोगों ने बहुत तंग किया मुझे, मैं क्या बताऊं। ਸਤਿ ਸ਼੍ਰੀ ਅਕਾਲ ਜੀ ਬਈ, ਪ੍ਰੀਤੋ ਦੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਈ। ਖਾਸ ਤੌਰ ਤੇ ਅੱਜ ਪ੍ਰੀਤੋ ਪਹੁੰਚੀ ਹੈ ਇੱਕ ਖਾਸ ਸੈਲੀਬ੍ਰਿਟੀਜ਼ ਦੇ ਨਾਲ ਮਿਲਣ ਦੇ ਲਈ ਟੀਮ ਇੱਥੇ ਪਹੁੰਚੀ ਹੋਈ ਹੈ। ਪਰ ਤੁਹਾਨੂੰ ਉਸ ਤੋਂ ਪਹਿਲਾਂ ਦੱਸਦਾ, ਮੈਨੂੰ ਨਾ ਬਹੁਤ ਭੁੱਖ ਲੱਗੀ ਸੀ, ਲੇਕਿਨ ਮੈਂ ਆਨਲਾਈਨ ਆਰਡਰ ਕੀਤਾ ਬਈ, ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਪਰੋਸਿਆ ਗਿਆ ਔਰ ਇਹ ਬਈ ਜਿਹੜਾ ਮੈਂ ਖਾਦਾ ਨਾ ਉੱਥੇ 5 ਸਟਾਰਸ ਆ ਰਹੇ ਸੀ। ਮੇਰਾ ਦਿਲ ਕਰ ਰਿਹਾ ਸੀ 10 ਹੋਣ ਤੇ ਮੈਂ 10 ਦੇ 10 ਹੀ ਕਲਿੱਕ ਕਰ ਦਵਾਂ। ਸੋ ਬਈ ਇਹ ਸਟਾਰਕਾਸਟ ਦੇ ਨਾਲ ਜਦ ਰੂਬਰੂ ਕਰਾਉਣਾ ਤੁਹਾਨੂੰ ਬਈ ਕਹਿਣ ਦੀ ਲੋੜ ਨਹੀਂ ਹੈ ਕੁਝ ਵੀ। ज़्विगाटो ਦਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਬਈ, ਤੁਹਾਨੂੰ ਮੈਂ ਦੱਸ ਦਿੰਦੀ। ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤਾਂ ਪ੍ਰੀਤੋ ਦੇ ਸ਼ੋਅ ਦੇ ਵਿੱਚ ਤੁਹਾਡਾ ਬਈ। ਜਿਸ ਦਿਨ ਤੁਹਾਡਾ ਪੋਸਟਰ ਰਿਲੀਜ਼ ਹੋਇਆ ਸੀ ਨਾ, ਮੈਂ ਤਾਂ ਬਈ ਪ੍ਰੀਤੋ ਦੇ ਸ਼ੋਅ ਦੇ ਵਿੱਚ ਚੱਕਤਾ ज़्विगाटो। ਇੰਨਾ ਪਿਆਰਾ ਪੋਸਟਰ ਦੇਖ ਕੇ ਹੀ ਮਨ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਉੱਠੇ, ਇੰਨਾ ਕਨੈਕਟ ਕੀਤਾ ਸਾਰਿਆਂ ਨੇ ਪੋਸਟਰਸ ਦੇ ਨਾਲ। ਸੋ ਜਦੋਂ ਟ੍ਰੇਲਰ ਲਾਂਚ ਹੋਇਆ ਉਸ ਤੋਂ ਬਾਅਦ ਤਾਂ ਇੰਨੇ ਇਮੋਸ਼ਨਲ ਵੀ ਹੋਏ ਲੋਕ। ਸਾਰੇ ਫਲੇਵਰਸ ਜਿਹੜੇ ਨੇ ਤੁਹਾਡੇ ਟ੍ਰੇਲਰ ਦੇ ਵਿੱਚ ਦੇਖਣ ਦੇ ਲਈ ਮਿਲੇ। ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ, ਬਹੁਤ ਅੱਛਾ ਟ੍ਰੇਲਰ ਹੈ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ। ਸੋ ਬਈ ਪ੍ਰੀਤੋ ਦੇ ਸ਼ੋਅ ਦੇ ਵਿੱਚ ਕਪਿਲ ਜੀ ਤੁਹਾਡਾ ਵੀ ਸਵਾਗਤ ਹੈ, ਨੰਦੀ ਜੀ ਤੁਹਾਡਾ ਵੀ, ਸ਼ਹਾਨਾ ਜੀ ਤੁਹਾਡਾ ਵੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਪਿਲ ਜੀ ਤੁਹਾਡੇ ਤੋਂ जी ਆਮ ਤੋਂ ਖਾਸ ਬਣੇ, ਖਾਸ ਤੋਂ ਫਿਰ ਆਮ ਦਾ ਕੈਰੈਕਟਰ ਪਲੇ ਕੀਤਾ, ਹਰ ਕੋਈ ਤੁਹਾਨੂੰ ਆਪਣੇ ਨਾਲ ਕਨੈਕਟ ਕਰ ਪਾ ਰਿਹਾ ਹੈ। ਸੋ ਕਿਸ ਤਰ੍ਹਾਂ ਦਾ ਤੁਸੀਂ ਕਹਿੰਦੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ज़्विगाटो ਦੇ ਵਿੱਚ ਆਪਣਾ ਕੈਰੈਕਟਰ ਪਲੇ ਕਰਕੇ? ਮੈਨੂੰ ਬਹੁਤ ਮਜ਼ਾ ਆਇਆ ਜੀ ज़्विगाटो ਦੇ ਵਿੱਚ ਮਾਨਸ ਦਾ ਕਰੈਕਟਰ ਪਲੇ ਕਰਕੇ ਜੀ। ਉਹ ਇਸ ਕਰਕੇ ਵੀ ਮਤਲਬ ਆਮ ਖਾਸ ਮੈਨੂੰ ਇਹ ਲੱਗਦਾ ਕਿ ਖਾਸ ਤੇ ਕੀ ਹੈ ਕਿ ਹਾਂ ਲੋਕਾਂ ਦਾ ਬੜਾ ਪਿਆਰ ਮਿਲਿਆ ਜੋ ਵੀ ਕੰਮ ਅੱਜ ਤੱਕ ਕੀਤਾ ਜੀ। ਸੋ ਉਹ ਪਿਆਰ ਜਿਹੜਾ ਉਹ ਬੜਾ ਖਾਸ ਹੈ ਮੇਰੇ ਲਈ। ਪੁਆਇੰਟ। ਸੋ ਇੱਕ ਤੌਰ ਤੇ ਦੇਖਿਆ ਜਾਵੇ ਤੇ ਅਸੀਂ ਆਮ ਹੀ ਸੀਗੇ, ਆਮ ਹੀ ਰਹਿਣਾ ਸਾਰੀ ਉਮਰ, ਹੈਨਾ। ਤੇ ਉਹ ਤੇ ਸ਼ੁਕਰ ਹੈ ਰੱਬ ਦਾ ਵੀ ਚਲੋ ਜੋ ਸ਼ੌਕ ਸੀਗਾ ਸਾਡਾ, ਜੋ ਅਸੀਂ ਕਰਨਾ ਚਾਹੁੰਦੇ ਸੀਗੇ ਉਹ ਕਰ ਪਾ ਰਹੇ ਆ। ਇਹ ਬੜੀ ਵੱਡੀ ਬਲੇਸਿੰਗ ਹੁੰਦੀ ਹੈ। ਸੋ ਬੜਾ ਮਜ਼ਾ ਆਇਆ ਮੈਨੂੰ। ਬੜੇ ਲੋਕੀ ਮੈਨੂੰ ਪੁੱਛਦੇ ਤੁਸੀਂ ਕਰੈਕਟਰ ਚ ਗਏ ਕਿੱਦਾਂ, ਮੈਂ ਕਿਹਾ ਮੈਂ ਤਾਂ ਨਿਕਲਿਆ ਨਹੀਂ ਉੱਚੋਂ। ਸੋ ਬੜਾ ਮਜ਼ਾ ਆਇਆ ਕਰਕੇ। ਸੋ ਬਚਪਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਕਹਿ ਸਕਦੇ ਹਾਂ ਕਿ ਯਾਦਾਂ ਕਹਿ ਸਕਦੇ ਅਸੀਂ ਹੁਣ ਵੀ ਬੈਠੇ ਹੁੰਨੇ ਆ, ਜਾਂ ਫਿਰ ਅੱਜ ਕੱਲ ਤਾਂ ਛੋਟੇ ਬੱਚੇ ਹੀ ਨਹੀਂ ਮਾਨ ਘਰੇ ਬੈਠੇ ਆਰਡਰ ਪਲੇਸ ਕਰ ਦਿੰਦੇ ਨੇ, ਡਿਲੀਵਰੀ ਬॉयਜ਼ ਆਉਂਦੇ ਨੇ, ਕੁੜੀਆਂ ਅੱਜ ਕੱਲ ਡਿਲੀਵਰੀ ਕਰਦੀਆਂ ਨੇ। ਸੋ ਹਰ ਕੋਈ ਰਿਲੇਟ ਕਰ ਪਾਏਗਾ ਤੁਹਾਡੇ ਇਸ ਫਿਲਮ ਨੂੰ, ਇਸ ਕੈਰੈਕਟਰਸ ਨੂੰ। ਤੁਹਾਡੇ ਕੈਰੈਕਟਰ ਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜਾ ਰਿਹਾ, ਬਹੁਤ ਪਸੰਦ ਕੀਤਾ ਜਾ ਰਿਹਾ। ਸ਼ਹਾਨਾ ਤੁਸੀਂ ਪਲੇ ਕੀਤਾ ਇਸ ਦੇ ਵਿੱਚ ਕੈਰੈਕਟਰ ਬੜਾ ਅੱਛਾ ਬਾਖੂਬੀ ਢੰਗ ਨਾਲ ਤੁਸੀਂ ਨਿਭਾਇਆ। ਕੀ ਕਹਿੰਦੇ ਤੁਸੀਂ ਆਪਣੇ ਕੈਰੈਕਟਰ? ਪ੍ਰੀਤੋ ਉन्होंने ना हौली हौली बोल, नहीं समझ आ रही, तेज पंजाबी बोल रही है। फटाफट बिल्कुल रेलगाड़ी। नहीं बहुत मुझे प्रतिमा का कैरेक्टर ही वैसा है। कुछ कुछ होता है ना कि कुछ कैरेक्टर ऐसे लिखे हुए आते हैं कि आप पढ़ते पढ़ते ही आपके चेहरे पे मुस्कान आ जाती है और ऐसे लगता है कि वो एक उजाला कुछ लेके चल रही है, एक लाइट लेके चल रही है, एक सनशाइन की तरह। तो प्रतिमा में वो क्वालिटी है और मुझे बहुत मज़ा आया उसको प्ले करने में, क्योंकि कहीं ना कहीं मेरे अंदर भी वो एक है कि मैं हमेशा ऑप्टिमिस्टिक होती हूँ, बहुत होपफुल रहती हूँ ज़िंदगी में और खुश मिजाज भी हूँ, लेकिन वो दिखाने को ज़्यादा मिलता नहीं है। रोज़ हमेशा सीरियस मिले हैं। तो ये एक मौका था, एक बहुत ही प्यारी लेकिन जान और मोहब्बत से भरी हुई और होप से भरी हुई एक कैरेक्टर प्ले करने। क्या बात है। सो नंदिता जी इस फिल्म ਦੇ ਵਿੱਚ ਸਾਰੇ ਫਲੇਵਰਸ ਦੇਖਣ ਨੂੰ ਮਿਲ ਰਹੇ ਆ। ਸੋ ਜਿਸ ਤਰ੍ਹਾਂ ਸ਼ਹਾਨਾ ਨੇ ਆਫ ਕੈਮਰਾ ਦੱਸਿਆ ਕਿ ਸਿਰਫ ਇਸ ਦੇ ਵਿੱਚ ਇਮੋਸ਼ਨਸ ਨਹੀਂ ਬਲਕਿ ਤੁਹਾਨੂੰ ਕਾਮੇਡੀ ਵੀ ਨਜ਼ਰ ਆਏਗੀ। ਸੋ ਜਦੋਂ ਤੁਸੀਂ ਇਹ ਫਿਲਮ ਲਿਖੀ ਜਾਂ ਫਿਰ ਤੁਹਾਡੇ ਜ਼ਿਹਨ ਦੇ ਵਿੱਚ ਇਹ ਟੌਪਿਕ ਆਇਆ, ਉਸ ਟਾਈਮ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ? ਕੋਵਿਡ ਦੌਰ ਨੂੰ ਧਿਆਨ 'ਚ ਰੱਖ ਕੇ ਲਿਖੀ ਜਾਂ ਫਿਰ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਕਿ ज़्विगाटो ਤੇ ਸਟੋਰੀ ਲਿਖੀ ਜਾਵੇ? और ये 4 दिन की कहानी है, इनके परिवार की कहानी है, इन दोनों की, 2 बच्चे, एक माँ, तो एक आम आदमी की कहानी है। लेकिन 4 दिन इनके परिवार के थ्रू हम पूरे अपने जो सोसाइटी का जो हमारा माहौल है, जिसमें अलग अलग तरह के उतार चढ़ाव होते हैं, जिसमें हम बहुत सारे ऐसे लोगों को देखते हैं जहाँ एक अलगाव किया जाता है, भेदभाव होता है, चाहे कास्ट के नाम पे हो, चाहे मज़हब के नाम पे हो, चाहे आदमी औरत के नाम पे हो, इस तरह की चीज़ें वो भी दिखाई गई हैं। और देखिए कॉमेडी, लाइफ में कॉमेडी कब होती है? जब सिचुएशन एक थोड़ी फनी हो जाती है। आप ऐसे नहीं कि हाँ आपने कुछ बोला और आपको एक हंसी आनी चाहिए, पर एक मुस्कान आपको थ्रू आउट फिल्म में आएगी, क्योंकि जिंदगी में अपने आप ही एक ह्यूमर भी जिंदगी का एक अहम हिस्सा है। तो आप जैसे इन्होंने भी कहा कि अलग अलग रंग आप जिंदगी के देखेंगे
और कहीं ना कहीं मुझे लगता है हर इंसान रिलेट कर पाएगा। या तो आप इस तरफ होंगे जहाँ पर आपकी खुद की स्ट्रगल आपको शायद दिखेगी, या आप उस तरफ होंगे जहाँ पर आपको लगेगा कि अरे यार मैं ये तो सारे लोग मेरे इर्द गिर्द हैं पर मैं तो इनको बिल्कुल भूल चुका हूँ या भूल चुकी हूँ, मैं तो जानती भी नहीं हूँ कि इनकी ज़िंदगी में ऐसा होता है। तो चाहे आप किसी भी तरफ हो, आप इस स्टोरी से रिलेट मुझे लगता है कर पाएंगे। ਜੀ ਬਿਲਕੁਲ ਟ੍ਰੇਲਰ ਦੇਖਣ ਤੋਂ ਬਾਅਦ ਤਾਂ ਬਿਲਕੁਲ ਰਿਲੇਟ ਕਰ ਪਾ ਰਿਹਾ ਹੋਵੇਗਾ ਹਰ ਕੋਈ। ਸੋ ਕਪਿਲ, ਤੁਸੀਂ ਇਸ ਕੈਰੈਕਟਰ ਨੂੰ ਆਪਣੇ ਆਪ ਨਾਲ ਕਿਸ ਤਰ੍ਹਾਂ ਰਿਲੇਟ ਕੀਤਾ, ਕਿਸ ਤਰ੍ਹਾਂ ਤੁਸੀਂ ਢਾਲਿਆ ਬੇਸਿਕਲੀ ਆਪਣੇ ਆਪ ਨੂੰ ਇਸ ਕੈਰੈਕਟਰ ਦੇ ਵਿੱਚ? ਮੈਨੂੰ ਬੜੀ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਐਕਚੁਅਲੀ ਜੀ। ਕਿ ਤੁਸੀਂ ਇਸ ਕਰੈਕਟਰ ਨੂੰ ਕਿੱਦਾਂ ਢਾਲਿਆ। ਮੈਂ ਸੱਚ ਦੱਸਾਂ, ਜੀ, ਜੇ ਮੈਨੂੰ ਕੋਈ ऐसा ਦਾ ਕਰੈਕਟਰ ਮਿਲਿਆ ਹੁੰਦਾ ਨਾ कि हार्ट सर्जन आप प्ले कर रहे हैं और आपने ऑपरेशन करना है और आपने ऐसी साइंटिफिक लैंग्वेज बोलनी है कि इनकी तो फलानी ब्लॉकेज है, इतने परसेंट है, और ये तो बड़ी कॉमन हर घर ਦੀ ਕਹਾਣੀ ਹੈ ਪਰ ਬੇਸਿਕਲੀ। ਕਪਿਲ, ਜਿਸ ਤਰ੍ਹਾਂ ਤੁਸੀਂ ਸਾਰਿਆਂ ਦੇ ਲਈ ਸਟ੍ਰੈਸ ਬਸਟਰ ਸੋਲ ਹੋ, ਤੁਸੀਂ ਇੰਨਾ ਹਸਾਉਂਦੇ ਹੋ ਸਭ ਨੂੰ, ਸਾਰਿਆਂ ਦੀਆਂ ਟੈਨਸ਼ਨਾਂ ਤੁਸੀਂ ਆਪਣੇ ਸਿਰ ਤੇ ਚੱਕੀਆਂ ਹੋਈਆਂ ਨੇ, ਸਭ ਨੂੰ ਤੁਸੀਂ ਇੰਨਾ ਜ਼ਿਆਦਾ ਹਸਾਉਂਦੇ ਹੋ। ਸੋ ਇਹ ਕੈਰੈਕਟਰ ਤੁਹਾਡੇ ਕੈਰੈਕਟਰ ਦੇ ਆਪੋਜ਼ਿਟ ਸੀ, ਇਸ ਕਰਕੇ ਸ਼ਾਇਦ ਮੈਨੂੰ ਲੱਗਦਾ ਕਿ ਉਹ ਮੇਰਾ ਕਰੈਕਟਰ ਸਿਰਫ ਟੀਵੀ ਉੱਤੇ ਹੈ। ਜੀ, ਘਰ 'ਚ ਤੇ ਮੈਂ ਵੀ ਜੀ ਉਦਾਸ ਹੁੰਨੇ ਆ ਵਿੱਚ ਜੇ ਇੱਕ ਫੇਸ ਆਇਆ ਸੀਗਾ, ਡਿਪਰੈਸ਼ਨ ਦਾ ਫੇਸ ਆਇਆ ਸੀਗਾ, ਸ਼ਾਇਦ 1.5 ਸਾਲ ਮੈਂ ਟੀਵੀ ਤੋਂ ਆਫ ਰਿਹਾ ਹੈ ਨਾ, ਤੇ ਉਹ ਵੀ ਮੈਂ ਹੈਗਾ ਵਾਂ ਜੀ, ਹੈ ਨਾ। ਤੁਹਾਡੇ ਨਾਲ ਬੈਠਾ ਗੱਲ ਕਰ ਰਿਹਾ ਸੀਰੀਅਸ, ਇਹ ਵੀ ਮੈਂ ਹੈਗਾ ਵਾਂ। ਸਟੇਜ ਤੇ ਬੈਠਾ ਹੁਣੇ ਯੂਨੀਵਰਸਿਟੀ ਗਏ, ਉੱਥੇ ਅਸੀਂ ਮਜ਼ਾਕ ਕਰਕੇ ਆਏ, ਉਹ ਵੀ ਮੈਂ ਹੀ ਹਾਂ ਹੈ ਨਾ। ਮੇਰੇ ਬੱਚੇ ਜਦੋਂ ਹੋਏ, ਮੇਰੇ ਅੰਦਰ ਵੀ ਉਹੀ ਇਮੋਸ਼ਨ ਆਇਆ ਜੋ ਇੱਕ ਬੰਦੇ ਨੂੰ ਪਿਓ ਬਣ ਕੇ ਆਉਂਦਾ। ਜੀ ਜੀ। ਸੋ ਸਾਰੇ ਇਮੋਸ਼ਨ ਸਾਡੇ ਸਾਰਿਆਂ 'ਚ। ਆਈ ਥਿੰਕ ਅਸੀਂ ਰੋਜ਼ ਸਾਡਾ ਇੱਕ ਜਿਹਾ ਨਹੀਂ ਹੁੰਦਾ ਨਾ ਹਮੇਸ਼ਾ ਹੀ। ਕਦੀ ਕਦੀ ਸਵੇਰੇ ਉੱਠਦੇ ਵੈਸੇ ਹੀ ਲੋ ਫੀਲ ਹੋਇਆ ਹੁੰਦਾ, ਕਦੀ ਕਦੀ ਬਿਨਾਂ ਕਿਸੇ ਗੱਲ ਤੋਂ ਖੁਸ਼ ਹੁੰਨੇ ਅਸੀਂ। ਸੋ ਹਾਂ, ਲਾਈਫ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਨਵੇਂ ਇਨਸੀਡੈਂਟ ਹੁੰਦੇ ਆ, ਪਰ ਇਮੋਸ਼ਨ ਸਾਰਿਆਂ ਦੇ ਸੇਮ ਹੀ ਨੇ। ਸੋ ਮੇਰੇ ਲਈ ਬੜਾ ਇਹ ਮੈਨੂੰ ਮਜ਼ਾ ਆਇਆ ਕਰਕੇ ਕਰੈਕਟਰ, ਕਿਉਂਕਿ ਬੜੀ ਆਪਣੀ ਜੀ ਕਹਾਣੀ ਲੱਗੀ ਮੈਨੂੰ। ਸੋ ਲੈਂਗੁਏਜ ਦਾ ਕਿੰਨਾ ਰਿਹਾ ਤੁਹਾਨੂੰ ਮੁਸ਼ਕਿਲ, ਜਾਂ ਫਿਰ ਚੱਕਦੇ ਸੀ ਫੱਟੇ? ਨਹੀਂ ਚੱਕਦੇ ਸੀ ਫੱਟੇ। ਮੈਨੂੰ ਲੈਂਗੁਏਜ ਦਾ ਐਕਚੁਅਲੀ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਮੈਂ ਨੰਦਿਤਾ ਮੈਮ ਨੂੰ ਕਿਹਾ ਸੀਗਾ ਮੈਨੂੰ ਇੱਕ ਆਦਮੀ ਦੇ ਦਿਓ ਜੀ, ਜਿਹੜਾ ਝਾਰਖੰਡ ਦਾ ਹੋਵੇ। ਜੀ। ਫਿਰ ਇਹਨਾਂ ਨੇ ਮੈਨੂੰ ਕੁਝ ਡਾਇਲੌਗਸ ਭੇਜੇ ਸੀਗੇ। ਸੋ ਉਹਦੀ ਆਵਾਜ਼ 'ਚ ਮੈਂ ਸੁਣੇ, ਕੁਝ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ। ਬਾਕੀ ਨੰਦਿਤਾ ਮੈਮ ਦੀ ਆਪਣੀ ਪਕੜ ਬਹੁਤ ਸਾਰੀ ਲੈਂਗੁਏਜਸ ਦੇ ਉੱਪਰ, ਇਹਨਾਂ ਦੀ ਬੜੀ ਅੱਛੀ ਪਕੜ ਹੈ। ਤੋ ਕਦੀ ਕੋਈ ਸ਼ਬਦ ਐਸੇ ਲੱਗ ਵੀ ਜਾਂਦਾ ਨਾ, ਤੇ ਉਹ ਫਿਰ ਪਤਾ ਵਾ कि हैगी मास्टर बैठी हुई। क्या बात है, क्या टेंशन नहीं हुई। बीच में कभी पंजाबी अगर निकल जाए, कोई धक्का मार के अगर कोई वर्ड बोल दिया, या जल्दी, जैसे आप लोग बहुत जल्दी बोलते हो ना, जी जी, जो ईस्टर्न बेल्ट के लोग हैं वो आराम से बोलते हैं, तो आप फिल्म में देखेंगे कि इनका लहजा भी बिल्कुल अलग है। सो कैप्टन ऑफ द शिप नंदिता जी, सो किस तरह ਦਾ ਮੈਮ ਤੁਹਾਡਾ ਐਕਸਪੀਰੀਅੰਸ ਸੀ ਸਟਾਰਕਾਸਟ ਦੇ ਨਾਲ? ਔਰ ਸਟਾਰਕਾਸਟ ਜਦੋਂ ਤੁਸੀਂ ਫਾਈਨਲਾਈਜ਼ ਕੀਤੀ, ਕੀ ਕੁਝ ਜ਼ਿਹਨ 'ਚ ਸੀ, ਜਾਂ ਫਿਰ ਹੋਰ ਵੀ ਸਟਾਰਸ ਸੀਗੇ ਤੁਹਾਡੇ ਜ਼ਿਹਨ ਦੇ ਵਿੱਚ, ਜਾਂ कपिल और शहाना ही फाइनल सी? जी, इन लोगों ने बहुत तंग किया मुझे, मैं क्या बताऊं आपको। मैं इनकी बढ़ाई कर करके थोड़ा सा बोर हो गई हूँ, इसलिए मैंने सोचा कुछ अलग कहने की कोशिश करूं, पर है नहीं। पर आपने समझ लिया उन्होंने क्या पूछा? हाँ, समझ लिया। उन्होंने पूछा कि हम आपके दिमाग में शुरू से थे कि समझ गई, मैं समझ गई, बिल्कुल समझ गई। फर्ज बनता है आप मेरे घर आए। नहीं, बिल्कुल नहीं, पर इनका शुरू का ये था कि कैसा एक्सपीरियंस रहा इनके साथ काम करके। तो वो फर्स्ट पार्ट में बता रही हूँ कि बहुत ही ज़्यादा अच्छा रहा, क्योंकि दोनों बहुत ही रियल लोग हैं, और रियल लोगों के साथ काम करना आसान हो जाता है। कुछ नहीं भी अगर हम डिसएग्री करें, एग्री करें, सामने बात करते हैं, हमें ये कभी नहीं लगता कि अच्छा ऐसे बोलना चाहिए या ऐसे करना चाहिए, या ये दिखा रहे हैं तो ये सच है कि नहीं। उन चीज़ों में ज़्यादा अड़चनें आती हैं। और क्योंकि ये रियल हैं, इनके परफॉर्मेंसेस बहुत नेचुरल हैं, और ऑफ कोर्स डायरेक्टर का काम है जहाँ थोड़ा इधर उधर हो जाए आप उनको वापस पटरी पे ले आओ। कभी कभी आपने जो सोचा होता है उससे कुछ और ही करते हैं जो ज़्यादा अच्छा होता है जो आपने सोचा उससे भी। तो ये कोलैबोरेटिव प्रोसेस है, तो इसमें बड़ा मज़ा आया। मैंने सोचा 2 अलग एक्टर्स के लिए था शुरू में, पर फिर कोविड आ गया, फिर उनकी डेट्स चेंज हो गई, मेरी डेट्स चेंज हो गई, तो एक तरह से मैं नए सिरे से जब मैंने सोचना शुरू किया, तब फिर मैं सोची थी किसको मैं लूँ जो इतना आम भी लगे लेकिन उसमें कुछ ख़ास बात भी हो। और मैंने कपिल को, मैंने इनका शो नहीं देखा था उसके पहले कभी, लेकिन इनको मैंने किसी एक प्रोग्राम में देखा, कोई एक प्रेजेंट कर रहे थे एक अवार्ड शो,
और इतने नेचुरल लगे। फिर मैं जाके इनसे मिली और हमारी मुलाकात, पहली मुलाकात में ही आई थिंक हम दोनों को लगा कि साथ काम करना चाहिए। क्या बात है, और शाहना को तो मैं पहले से जानती थी क्योंकि फिराक में मैंने इनके साथ काम किया था और मेरी अच्छी दोस्त भी है, तो दोबारा काम करने का मौका मिला तो मैं उस बात से बहुत खुश हूँ। ਸੋ ਉਮੀਦ ਕਰਦੇ ਹਾਂ ਕਿ ਇਹ ਕਲਰਫੁਲ ਸਟੋਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ, ਲੋਕ ਕਨੈਕਟ ਕਰ ਪਾਉਣ, ਜਿਸ ਤਰ੍ਹਾਂ ਟ੍ਰੇਲਰ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਸੋ ਬਈ ਹੋਲੀ ਦਾ ਤਿਉਹਾਰ ਆ ਰਿਹਾ, ਇਹ ਨਾ ਆਫ ਕੈਮਰਾ ਜਦੋਂ ਇੰਟਰਵਿਊ ਦੇ ਰਹੇ ਸੀ ਦੋਨੋਂ ਲੜ ਰਹੇ ਸੀ, ਸੋ ਗੋਬਰ ਦਾ ਜ਼ਿਕਰ ਚੱਲ ਰਿਹਾ ਸੀ ਕਲਰ ਛੱਡ ਕੇ। ਮੈਂ ਜ਼ਰੂਰ ਕਪਿਲ ਇਹ ਜਾਣਨਾ ਚਾਹੂੰਗੀ ਕਿ ਸਾਡੀ ਗੱਲਾਂ ਸੁਣੀਆਂ ਚੋਰੀ ਬਿਲकुल सुन रही थी, कुछ नहीं है। आप लोग लड़ रहे थे मेरे पीठ पीछे? मतलब अरे यार, शाहना को- मुझे होली बहुत पसंद है। शाहना को होली बहुत पसंद है। मुझे मैंने बताया कि हमारे ना यहाँ पे जब मैं स्कूल पढ़ता था तो एक हफ्ता पहले से ही ना शुरू हो जाते थे गुब्बारे आने। अब स्कूल जा रहे हैं और कान पे पड़ रहा है आपके। बहुत, मुझे भी तो मुझे बहुत, मुझे गुस्सा नहीं आने लग गया था। सही मतलब ऐसा कुछ एक्सपीरियंसेस ऐसे होते हैं। पर हाँ ਮੈਨੂੰ ਮਜ਼ਾ ਆਉਂਦਾ ਸੀਗਾ ਬਹੁਤ ਜ਼ਿਆਦਾ। ਹੁਣ ਹੋਲੀ ਟਾਈਮ ਦੇ ਹਿਸਾਬ ਨਾਲ ਬਦਲ ਜਾਂਦੀ ਨਾ ਹੌਲੀ ਹੌਲੀ, ਕਿਉਂਕਿ ਹੁਣ ਬੰਬੇ ਰਹਿ ਕੇ ਸ਼ਾਇਦ ਉਹ ਜਿੰਨਾ ਯਾਰ ਦੋਸਤਾਂ 'ਚ ਬਚਪਨ 'ਚ ਜਿੰਨੇ ਉਹ ਪਾਣੀ ਸੁੱਟ ਦੋ ਤੇ ਰੰਗ ਜੋ ਮਰਜੀ, ਹੁਣ ਥੋੜੇ ਜਿਹਾ ਬੰਦਾ ਹੋ ਜਾਂਦਾ ਕਿ ਯਾਰ ਹੁਣ ਤਿਲਕ ਤੇ ਆ ਗਏ ਆਪਾਂ। डिसेंट वाली होली। सूखे रंग हाँ, ऑर्गेनिक हाँ। मिल जाए तो और अच्छा है। ਔਰ ਦੂਸਰੀ ਗੱਲ ਇਹ ਕਿ ਹੋਲੀ ਜਾਂ ਕੋਈ ਵੀ ਤਿਉਹਾਰ ਲੈ ਲਓ ਤੁਸੀਂ, ਇੱਕ ਜਿਹੜੀ ਵਾਈਬਸ ਹੁੰਦੀਆਂ ਨਾ, ਤੁਹਾਡੇ ਆਲੇ ਦੁਆਲੇ ਗਾਣੇ ਚੱਲ ਰਹੇ ਨੇ ਪਿੱਛੇ, ਹੈ ਨਾ, ਜਦੋਂ ਦੀਵਾਲੀ ਆਂਦੀ ਲਾਈਟਾਂ ਚੱਲ ਰਹੀਆਂ ਹੁੰਦੀਆਂ ਤੇ ਅੱਖਾਂ ਨੂੰ ਵਧੀਆ ਲੱਗਦਾ, ਕੰਨਾਂ ਨੂੰ ਸੋਹਣਾ ਲੱਗਦਾ। ਸੋ ਮੈਨੂੰ ਫੈਸਟੀਵਲਸ ਬਹੁਤ ਪਸੰਦ ਹੈ। ਹੁਣ ਬੰਬੇ ਰਹਿੰਦੇ, ਇੱਥੋਂ ਗਣਪਤੀ ਤੋਂ ਸ਼ੁਰੂ ਹੋ ਜਾਂਦੇ ਆ, ਫਿਰ ਫਿਰ ਨਰਾਤੇ ਆਣੇ, ਫਿਰ ਫਿਰ ਦੁਸ਼ਹਿਰਾ ਆਣਾ, ਦੀਵਾਲੀ ਆਣੀ, ਈਦ ਆਣੀ, ਫਿਰ ਨਵੇਂ ਸਾਲ ਤੱਕ। ਹੁਣ ਤੋਂ ਕੁਝ ਫੈਸਟੀਵਲ ਹੋਰ ਐਡ ਹੋ ਗਏ ਮੇਰੀ ਲਾਈਫ 'ਚ, ਜਿੱਦਾਂ ਸਾਡੀ ਐਨੀਵਰਸਰੀ ਹੁੰਦੀ ਹੈ, ਫਿਰ ਮੇਰੀ ਬੇਟੀ ਦਾ ਬਰਥਡੇ ਆ ਜਾਂਦਾ, ਉਹ ਮੇਰੇ ਬੇਟੇ ਦਾ। ਹੁਣ ਸਾਡਾ ਨਵਾਂ ਸਾਲ ਫਰਵਰੀ ਤੱਕ ਚੱਲਦਾ, ਮਾਰਚ ਅੱਗੋਂ, ਫਿਰ ਅਪ੍ਰੈਲ 'ਚ ਮੇਰਾ ਫਿਰ ਬਰਥਡੇ। ਮੈਨੂੰ ਹੋਲੀ ਹੁਣ ਥੋੜੀ ਜਿਹੀ ਬਦਲ ਗਈ ਪਹਿਲੇ ਨਾਲੋਂ, ਪਰ ਅੱਛਾ ਲੱਗਦਾ। ਜ਼ਿੰਦਗੀ 'ਚ ਹੋਰ ਰੰਗ ਆ ਗਏ ਨੇ, ਉਹ ਮਨਾਉਣੇ ਜ਼ਿਆਦਾ ਹੈ। ਵਾਹ ਕੀ ਬਾਤ ਹੈ, ਪ੍ਰੀਤੋ, ਕੀ ਬਾਤ ਹੈ, ਕੀ ਬਾਤ ਹੈ। ਸੋ ਤੁਸੀਂ ਹੋਲੀ ਬਾਰੇ ਕੀ ਕਹਿੰਦੇ ਹੋ, ਕਿੰਨਾ ਕੁ ਪਸੰਦ ਹੈ ਹੋਲੀ ਦਾ ਤਿਉਹਾਰ और किस तरह बनाने? बचपन से ही था, मैं दिल्ली में बड़ी हुई हूँ तो वहाँ पे बहुत जोरों शोरों से मनाते थे। और वो एक खुशबू होती है ना, एक सुबह उठ के बिल्कुल हम लोग बहुत 7-8 बजे उठ के फिर खेलना शुरू करते थे कॉलोनी में। तो वो एक था कि अब ठंडा पानी डाल सकते हैं, सर्दी जा रही है, गर्मी आ रही है, वो कहते हैं ना रीसेट जैसा। तो मेरे लिए होली एक रीसेट हमेशा है, और उसमें चुलबुलाहट है, फन है खेलने का, वो मुझे बहुत पसंद है। मुझे वो उल्टा दिवाली के साथ होता था कि इधर उधर पटाखे बज रहे, अचानक से कान में लग रहे, वो मुझे दिवाली से ज्यादा दिक्कत होती थी। लेकिन होली मुझे पसंद है क्योंकि उसमें प्यार भरा एक अंदाज है। हालांकि वो लोग आप पे रंग मल रहे हैं या गुब्बारे फेंक रहे हैं, लेकिन वो कहीं एक खेल और प्यार में होता है, तो इसीलिए वो मुझे बहुत पसंद है। ਕੀ ਬਾਤ ਹੈ, ਕੀ ਬਾਤ ਹੈ। ਸੋ ਬਈ ਤਿਉਹਾਰਾਂ ਦਾ ਇਹ ਮਹੀਨਾ ਹੈ, ਇਸ ਤੋਂ ਬਾਅਦ ਵਿਮਨ ਡੇ ਆਊਗਾ। ਸੋ ਵਿਮਨ ਡੇ ਦੇ ਖਾਸ ਮੌਕੇ ਤੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਨੰदिता जी ਤੁਹਾਡੇ ਤੋਂ ਵੀ ਤੇ ਸ਼ਾਹਾਨਾ ਤੁਹਾਡੇ ਤੋਂ ਵੀ ਕੀ ਕਹਿਣਾ ਚਾਹੁੰਦੇ ਵਿਮਨ ਡੇ ਦੇ ਖਾਸ ਮੌਕੇ ਤੇ? मैं कॉलेज में थी तब से मैं ये 8 मार्च को विमेंस मार्चेस जो होते थे, पूरे रैलीज जो होती थी, उसमें जाया करती थी। तो एक जुड़ाव तो है। कभी कभी लगता था कि ये बस टोकनिज्म है, 8 मार्च को याद करते हैं औरतों को, फिर भूल जाते हैं। कभी कभी लगता है कि चलो कम से कम 8 मार्च को तो याद करते हैं, ये भी लगता है। तो मेरे ख्याल से कि जो हम लोग 50% है, हम कोई छोटी माइनॉरिटी नहीं है। अगर छोटी माइनॉरिटी हो तब भी हर इंसान मैटर करता है, पर हम तो 50% ऑफ द पॉपुलेशन है। अभी भी हमें बोलना पड़ेगा कि यार हमारी उतनी इज्जत करो, बच्चियां पैदा होती हैं तो उनको मत मारो, विधवाओं को दोबारा शादी करने की इजाज़त होनी चाहिए, या जो भी मतलब, या डोमेस्टिक वायलेंस मत करो। कितनी सारी अभी भी चीज़ें हैं। सेम पे दोनों की पे स्केल एक होनी चाहिए जब एक जैसा काम कर रहे हैं। तो कभी कभी लगता है कि यार ये बोझ हम दोनों मिलके, आदमी और औरत सब मिलके उठाएं तो फिर शायद जल्दी ये चीज़ें बदलें। ਬਿਲਕੁਲ। ਸੋ ਬਈ ਲਾਸਟ ਕੁਐਸਚਨ ਕਪਿਲ ਤੁਹਾਡੇ ਤੋਂ, TRP ਜਾਂ ਕਹਿ ਲਓ ਵੀ ਰੇਟਿੰਗ ਨਾਲ ਬਹੁਤ ਗੂੜਾ ਸੰਬੰਧ ਹੈ। ਸੋ ਕੀ ਕਹਿੰਦੇ ਹੋ, ਕਿਉਂਕਿ ਆਨਲਾਈਨ ਬਈ ਆਪਾਂ ਤਾਂ ਆਰਡਰ ਕੀਤਾ, ਸਾਨੂੰ ਤਾਂ ਮਨ ਕਰ ਰਿਹਾ ਸੀਗਾ ਕਿ 5 ਤੋਂ ਜ਼ਿਆਦਾ ਸਟਾਰਸ ਹੋਣ ਤਾਂ ਉਹ ਵੀ ਦੇ ਦਈਏ। ਸੋ ਕੀ ਕਹਿੰਦੇ ਹੋ ਤੁਸੀਂ ਜਾਂਦੇ ਜਾਂਦੇ ਆਪਣੀ ਜ਼ਵੀਗਾਟੋ ਬਾਰੇ? ਜ਼ਵੀਗਾਟੋ ਬੜੇ ਦਿਲ ਨਾਲ, ਪਿਆਰ ਨਾਲ ਬਣਾਈ ਗਈ ਫਿਲਮ ਹੈ, ਔਰ ਆਈ ਡੋਂਟ ਥਿੰਕ ਸੋ ਸਾਡੇ ਤਿੰਨਾਂ ਚੋਂ ਕਿਸੇ ਨੇ ਪੈਸੇ ਨੂੰ ਲੈ ਕੇ ਫਿਲਮ ਬਣਾਈ, ਜਾਂ ਇਹਨਾਂ ਨੇ ਇਦਾਂ ਦੀ ਕੋਈ ਸੋਚ ਲੈ ਕੇ ਚੱਲੇ ਨੇ। ਇਹਨਾਂ ਨੇ ਇੱਕ ਬੜੀ ਖੂਬਸੂਰਤ ਜਿਹੀ ਕਹਾਣੀ ਕੀ, ਔਰ ਇਹ ਉਹੀ ਕਹਾਣੀਆਂ ਕਹਿੰਦੇ ਨੇ ਜਿਹੜੀਆਂ ਇਹਨਾਂ ਦੇ ਦਿਲ ਨੂੰ ਨਾ ਛੁੰਦੀਆਂ ਨੇ, ਜਾਂ ਉਹਨਾਂ ਦਾ ਦਿਲ ਕਰਦਾ ਕਿ ਇੰਤੇ ਮੈਂ ਬਣਾਵਾਂ। ਅਗਰ ਹਰ ਸਾਲ ਫਿਲਮਾਂ ਬਣਾਉਣੀਆਂ ਹੋਣ ਤੇ ਨੰਦਿਤਾ 10 ਸਾਲ 'ਚ 3 ਫਿਲਮਾਂ ਬਣਾ ਸਕਦੀ ਹੈ, ਪਰ ਦਿਲੋਂ ਨਿਕਲੀ ਹੋਈ ਗੱਲ ਹੈ। ਤੇ ਜਦੋਂ ਇਹਨਾਂ ਦਾ ਅਸੀਂ ਦਿਲ ਤੇ ਉਹ ਜਨੂਨ, ਇਹਨਾਂ ਦਾ ਪਿਆਰ ਦੇਖਦੇ ਹਾਂ ਨਾ, ਔਰ ਫਿਰ ਦੂਸਰੀ ਗੱਲ ਜਦੋਂ ਸਕ੍ਰਿਪਟ ਪੜ੍ਹਦੇ ਹਾਂ ਇਸ ਫਿਲਮ ਦੀ, ਮੈਂ ਜਦੋਂ ਪੜ੍ਹੀ ਤੇ ਆਪਣੀ ਜੀ ਕਹਾਣੀ ਲੱਗੀ। ਸੋ ਬੜੀ ਦਿਲੋਂ ਬਣਾਈ ਹੈ। ਹਾਂ, ਟ੍ਰੇਲਰ ਨੂੰ ਵੀ ਇੰਨਾ ਅੱਛਾ ਰਿਸਪੌਂਸ ਮਿਲ ਰਿਹਾ। ਸੋ
ਹੋਪ ਫॉर द बेस्ट ਕਿ ਲੋਕੀ ਬਹੁਤ ਐਪਰੀਸ਼ੀਏਟ ਕਰਨਗੇ ਇਸ ਤਰ੍ਹਾਂ ਦਾ ਸਿਨੇਮਾ ਜੀ ਸੋ ਵਿਸ਼ ਯੂ ਗੁੱਡ ਲੱਕ Thank ਫॉर you. ਦ ਜ਼ਵੀਗਾਟੋ ਉਮੀਦ ਕਰਦੇ ਹਾਂ ਕਿ ਬਹੁਤ ਪਰਵਾਹ ਹੁੰਗਾਰਾ ਮਿਲੇ ਸਿਨੇਮਾ ਘਰਾਂ ਦੇ ਵਿੱਚ ਰੌਕ ਕਰੇ ਤੁਹਾਡੀ ਫਿਲਮ ਸੋ ਬਈ ਇਹ ਸੀ ਜੀ ਮੇਰੇ ਨਾਲ ਜ਼ਵੀਗਾਟੋ ਦੀ ਸਟਾਰ ਕਾਸਟ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਅੱਜ ਔਰ ਫਿਲਮ ਨੂੰ ਲੈ ਕੇ ਬਈ ਬਹੁਤ ਕੁਝ ਖਾਸ ਹੁਣ ਤੋਂ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਦੇਖਣਾ ਹੈ ਤੇ ਜ਼ਵੀਗਾਟੋ ਤੁਸੀਂ ਜ਼ਰੂਰ ਦੇਖਣ ਜਾਣੀ ਹੈ ਹੁਣ ਮੈਨੂੰ ਯਾਨੀ ਕਿ ਪ੍ਰੀਤੋ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਤੇ ਉਮੀਦ ਕਰਦੀ ਕਿ ਇੰਟਰਵਿਊ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਜ਼ਵੀਗਾਟੋ ਨੂੰ ਵੀ ਤੁਸੀਂ ਓਨਾ ਹੀ ਪਿਆਰ ਦਿਓਗੇ ਸੋ ਹੁਣ ਸਤਿ ਸ਼੍ਰੀ ਅਕਾਲ ਪ੍ਰੀਤੋ ਜਾਂਦੀ ਹੈ ਕੱਲ ਇਸੇ ਟਾਈਮ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਊਂਗੀ ਸਤਿ ਸ਼੍ਰੀ ਅਕਾਲ